ਕੁੜੀਆਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀਗਾ। ਫਿਰ ਵੀ ਉਹਨਾਂ ਨੇ ਆਪਣੇ ਮਾਪਿਆਂ ਨੂੰ ਕਿਤੇ ਨਾ ਕਿਤੇ ਮਨਾਇਆ ਔਰ ਆਪਣੇ ਲਈ ਇਹ ਕਦਮ ਜਿਹੜਾ ਜ਼ਰੂਰ ਪੁੱਟਿਆ ਕਿ ਉਹਨਾਂ ਨੇ ਜਿਹੜੀ ਆਪਣੀ ਪ੍ਰੀਖਿਆ ਪਾਸ ਕੀਤੀ ਤੇ ਉਸ ਤੋਂ ਬਾਅਦ ਉਹ ਆਪਣੇ ਏਰੀਏ ਦੀ ਸਭ ਤੋਂ ਪਹਿਲੀ ਅਧਿਆਪਕ ਮਹਿਲਾ ਕਹਿਲਾਈ ਜਾਣ ਲੱਗੀ। ਕਿਰਪਾਲ ਬਾਵਾ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਜਿਹੜਾ ਹੈ ਗੁਰਮੀਤ ਬਾਵਾ ਜੀ ਦਾ ਸਾਥ ਦਿੱਤਾ ਔਰ ਹਮੇਸ਼ਾ ਹੀ ਉਹਨਾਂ ਨੂੰ ਕਿਹਾ ਕਿ ਗਾਇਕੀ ਜਿਹੜੀ ਹੈ ਉਸ ਨੂੰ ਨਹੀਂ ਛੱਡਣਾ। ਔਰ ਗੁਰਮੀਤ ਬਾਵਾ ਜੀ ਅਜਿਹੀ ਗਾਇਕਾ ਹੈ ਜਿਨ੍ਹਾਂ ਨੇ ਅਲਗੋਜ਼ਿਆਂ ਦੇ ਨਾਲ, ਤੂੰਬੀ ਚਿਮਟੇ ਦੇ ਨਾਲ ਗਾਇਆ। ਦਿਲ ਦੇ ਅੰਦਰ ਜੋ ਖੁਆਇਸ਼ ਸੀਗੀ ਕਿ ਮੈਂ ਭਾਰਤ ਦੇ ਵਾਸਤੇ ਗਾਉਣਾ ਹੈ, ਨਾਮ ਜਿਹੜਾ ਹੈ ਪੰਜਾਬੀਆਂ ਦਾ, ਇੰਡੀਆ ਦਾ ਜਿਹੜਾ ਹੈ ਰੌਸ਼ਨ ਕਰਨਾ ਹੈ। ਤਾਂ ਉਹ ਮੁੰਬਈ ਦੇ ਵਿੱਚ ਜਾ ਕੇ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਇੱਕ ਇੰਡੀਅਨ ਸਿੰਗਰ ਜਿਹੜਾ ਹੈ ਉਹਦੇ ਤੌਰ ਤੇ ਉੱਥੇ ਜਾ ਕੇ ਗਾਉਂਦੇ ਨੇ। ਤਾਂ ਵਾਕਈ ਪ੍ਰੇਮ ਚੋਪੜਾ, ਰਾਜ ਕਪੂਰ, ਪ੍ਰਾਣ ਜੀ ਉੱਥੇ ਬੈਠੇ ਹੁੰਦੇ ਨੇ। ਉਹ ਸਾਰੇ ਹੀ ਉਹਨਾਂ ਦੀ ਗਾਇਕੀ ਨੂੰ ਜਦੋਂ ਸੁਣਦੇ ਨੇ, ਉਹਨਾਂ ਦੀਆਂ ਜਿਹੜੀਆਂ ਘੋੜੀਆਂ, ਮਿਰਜੇ ਜਾਂ ਫਿਰ ਬੋਲੀਆਂ ਜੋ ਪਾਉਂਦੇ ਸੀਗੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ। ਗੁਰਮੀਤ ਬਾਵਾ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਗਾਇਆ। 1987 ਦੇ ਵਿੱਚ ਉਹਨਾਂ ਨੇ USSR ਅਤੇ 1988 ਦੇ ਵਿੱਚ ਉਹਨਾਂ ਨੇ ਜਾਪਾਨ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਉੱਥੇ ਜਾ ਕੇ ਗਾਇਆ ਔਰ ਭਾਰਤ ਦਾ ਨਾਮ ਰੌਸ਼ਨ ਕੀਤਾ। ਆਪਣੀ ਆਡੀਅנס ਦੇ ਵੱਲੋਂ ਜੋ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਲੰਬੀ ਹੇਕ ਦੀ ਮਲਿਕਾ ਦਾ ਪੁਰਸਕਾਰ ਜਿਹੜਾ ਉਹ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖਦੀਪ ਕੌਰ ਲੈ ਕੇ ਹਾਜ਼ਰ ਹੋ ਗਈ ਹਾਂ। ਮਾਨਯੋਗ ਸ਼ਖਸੀਅਤ ਦੇ ਉੱਪਰ ਉਹ ਗੱਲਬਾਤ ਹੋਏਗੀ, ਬਾਇਓਗ੍ਰਾਫੀ ਹੋਏਗੀ, ਉਹਨਾਂ ਦੇ ਜੀਵਨ ਤੇ ਝਾਤ ਹੋਏਗੀ। ਸੋ ਝਾਤ ਜ਼ਰੂਰ ਅਸੀਂ ਮਾਰਨੀ ਹੈ। ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰਨੀ ਹੈ ਉਹਨਾਂ ਦੀ ਹੇਕ ਜਿਹੜੀ ਹੈ 45 ਸੈਕਿੰਡ ਤੱਕ ਜਾਂਦੀ ਹੈ ਔਰ ਲੰਬੀ ਹੇਕ ਦੀ ਮਲਿਕਾ ਉਹਨਾਂ ਨੂੰ ਕਿਹਾ ਜਾਂਦਾ ਹੈ। ਜੁਗਨੀ ਸੁਣਨੀ ਹੈ ਤੇ ਉਹਨਾਂ ਦੇ ਮੂੰਹੋਂ ਸੁਣੀ ਹੋਈ ਜੁਗਨੀ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਸੋ ਬਹੁਤ ਹੀ ਸੋਹਣੀਆਂ ਜਿਹੜੀਆਂ ਲੋਕ ਗਾਥਾਵਾਂ ਉਹਨਾਂ ਨੇ ਗਾਈਆਂ ਨੇ ਔਰ ਬਹੁਤ ਸੋਹਣੀਆਂ ਬੋਲੀਆਂ ਜਿਹੜੀਆਂ ਨੇ ਤੇ ਬੜੀ ਹੀ ਸੁਰੀਲੀ ਆਵਾਜ਼ ਦੀ ਮਲਿਕਾ। ਜੀ ਹਾਂ, ਬਿਲਕੁਲ ਤੁਸੀਂ ਸਮਝ ਗਏ ਹੋਵੋਗੇ। ਅਸੀਂ ਅੱਜ ਗੱਲ ਕਰਾਂਗੇ ਗੁਰਮੀਤ ਬਾਵਾ ਜੀ ਦੀ। ਗੁਰਮੀਤ ਬਾਵਾ ਜੀ ਜਿਨ੍ਹਾਂ ਦਾ ਜਨਮ 1944 ਦੇ ਵਿੱਚ ਕੋਠੇ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਪੈਂਦਾ ਹੈ, ਉੱਥੇ ਉਹਨਾਂ ਦਾ ਜਨਮ ਹੁੰਦਾ ਹੈ। ਉੱਤਮ ਸਿੰਘ ਉਹਨਾਂ ਦੇ ਪਿਤਾ ਨੇ ਤੇ ਰਾਮ ਕੌਰ ਦੀ ਕੁੱਖੋਂ ਉਹ ਜਨਮ ਲੈਂਦੇ ਨੇ। ਜਦੋਂ 2 ਕੁ ਸਾਲ ਦੇ ਸੀ ਤਾਂ ਮਾਤਾ ਦੀ ਡੈਥ ਹੋ ਜਾਂਦੀ ਹੈ। ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ। ਸੋ ਨਿੱਕੀ ਉਮਰ ਦੇ ਵਿੱਚ ਮਾਂ ਤੋਂ ਬਿਨਾਂ ਰਹਿਣਾ ਔਰ ਨਿੱਕੀ ਉਮਰ ਦੇ ਵਿੱਚ ਤੁਹਾਡੇ ਅੰਦਰੋਂ ਇੱਕ ਤਲਬ ਹੋਣਾ ਕਿ ਤੁਸੀਂ ਅਧਿਆਪਕ ਬਣਨਾ ਚਾਹੁੰਦੇ ਹੋ, ਤੁਸੀਂ ਜੀਵਨ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ, ਤੁਹਾਨੂੰ ਗਾਇਕੀ ਦੀ ਕਿਤੇ ਨਾ ਕਿਤੇ ਚਿਣਗ ਲੱਗਦੀ ਹੈ, ਸ਼ੌਂਕ ਉਜਾਗਰ ਹੁੰਦੇ ਨੇ। ਸੋ ਉਸ ਟਾਈਮ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਉਹ ਅਧਿਆਪਕ ਬਣਨ, ਬੱਚਿਆਂ ਨੂੰ ਪੜ੍ਹਾਉਣ ਤੇ ਉਸ ਦੇ ਵਾਸਤੇ ਉਹਨਾਂ ਨੂੰ ਆਪਣੀ ਟ੍ਰੇਨਿੰਗ ਲੈਣੀ ਪੈਣੀ ਸੀ। ਘਰ ਦੇ ਵਿੱਚ ਮਾਹੌਲ ਇੱਦਾਂ ਦਾ ਸੀ ਜਾਂ ਫਿਰ ਕਹਿ ਸਕਦੇ ਹਾਂ ਉਸ ਸਮੇਂ ਦੌਰਾਨ ਮਾਹੌਲ ਇੱਦਾਂ ਦਾ ਸੀ ਕਿ ਕੁੜੀਆਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀਗਾ। ਫਿਰ ਵੀ ਉਹਨਾਂ ਨੇ ਆਪਣੇ ਮਾਪਿਆਂ ਨੂੰ ਕਿਤੇ ਨਾ ਕਿਤੇ ਮਨਾਇਆ ਔਰ ਆਪਣੇ ਲਈ ਇਹ ਕਦਮ ਜਿਹੜਾ ਜ਼ਰੂਰ ਪੁੱਟਿਆ ਕਿ ਉਹਨਾਂ ਨੇ ਜਿਹੜੀ ਆਪਣੀ ਪ੍ਰੀਖਿਆ ਪਾਸ ਕੀਤੀ ਤੇ ਉਸ ਤੋਂ ਬਾਅਦ ਉਹ ਆਪਣੇ ਏਰੀਏ ਦੀ ਸਭ ਤੋਂ ਪਹਿਲੀ ਅਧਿਆਪਕ ਮਹਿਲਾ ਕਹਿਲਾਈ ਜਾਣ ਲੱਗੀ। ਗੁਰਮੀਤ ਬਾਵਾ ਜੀ ਜਿਨ੍ਹਾਂ ਦਾ ਵਿਆਹ ਹੁੰਦਾ ਹੈ ਕਿਰਪਾਲ ਬਾਵਾ ਜੀ ਦੇ ਨਾਲ। ਜਦੋਂ ਵਿਆਹ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਇੱਕ ਸ਼ੌਂਕ ਜਿਹੜਾ ਹੈ ਉਹ ਤਾਂ ਹੁੰਦਾ ਹੀ ਹੈ ਗਾਇਕੀ ਦਾ, ਕਿਉਂਕਿ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਹਾਂ, ਸਕੂਲ ਦੇ ਵਿੱਚ ਪੜ੍ਹਦੇ ਹਾਂ, ਉੱਥੇ ਸਾਨੂੰ ਬਾਲ ਸਭਾ ਦੇ ਵਿੱਚ ਗਾਉਣ ਦਾ ਮੌਕਾ ਮਿਲ ਜਾਂਦਾ ਹੈ। ਜਦੋਂ ਬਾਲ ਸਭਾ ਦੇ ਵਿੱਚ ਗਾਉਂਦੇ ਹਾਂ ਫਿਰ ਅਸੀਂ ਆਪਣੇ ਕਾਲਜ ਦੇ ਵਿੱਚ ਆ ਜਾਂਦੇ ਹਾਂ, ਉੱਥੇ ਸਾਨੂੰ ਯੂਥ ਫੈਸਟੀਵਲ ਦੇ ਵਿੱਚ ਗਾਉਣ ਦਾ ਮੌਕਾ ਮਿਲ ਜਾਂਦਾ ਜਾਂ ਫਿਰ ਕਾਲਜ ਦੇ ਵਿੱਚ ਵੀ ਛੋਟੇ ਮੋਟੇ ਸਮਾਗਮ ਜਿਹੜੇ ਨੇ, ਪ੍ਰੋਗਰਾਮ ਜਿਹੜੇ ਨੇ, ਕੰਪੀਟੀਸ਼ਨ ਜਿਹੜੇ ਨੇ ਆਉਂਦੇ ਰਹਿੰਦੇ ਨੇ, ਉੱਥੇ ਤੁਹਾਨੂੰ ਗਾਉਣ ਦਾ ਮੌਕਾ ਮਿਲ ਜਾਂਦਾ ਹੈ। ਹੁਣ ਵਿਆਹ ਹੋ ਗਿਆ, ਹੋ ਸਕਦਾ ਸਹੁਰਾ ਘਰ ਇੱਦਾਂ ਦਾ ਮਿਲ ਜਾਵੇ ਕਿ ਸਾਨੂੰ ਗਾਉਣ ਨਾ ਦੇਵੇ, ਪਰ ਕਿਰਪਾਲ ਬਾਵਾ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਜਿਹੜਾ ਹੈ ਗੁਰਮੀਤ ਬਾਵਾ ਜੀ ਦਾ ਸਾਥ ਦਿੱਤਾ ਔਰ ਹਮੇਸ਼ਾ ਹੀ ਉਹਨਾਂ ਨੂੰ ਕਿਹਾ ਕਿ ਗਾਇਕੀ ਜਿਹੜੀ ਹੈ ਉਸ ਨੂੰ ਨਹੀਂ ਛੱਡਣਾ। ਔਰ ਗੁਰਮੀਤ ਬਾਵਾ ਜੀ ਅਜਿਹੀ ਗਾਇਕਾ ਹੈ ਜਿਨ੍ਹਾਂ ਨੇ ਅਲਗੋਜ਼ਿਆਂ ਦੇ ਨਾਲ, ਤੂੰਬੀ ਚਿਮਟੇ ਦੇ ਨਾਲ ਗਾਇਆ ਔਰ ਬਹੁਤ ਸੋਹਣੀ ਗਾਇਕੀ ਜਿਹੜੀ ਦਰਸ਼ਕਾਂ ਦੇ ਤੱਕ ਪਹੁੰਚਾਈ ਹੈ। ਸੋ ਲੋਕਾਂ ਨੇ ਬਹੁਤ ਵਧੀਆ ਪਸੰਦ ਵੀ ਕੀਤੀ ਹੈ। ਲੰਬੀ ਹੇਕ ਦੀ ਮਲਿਕਾ ਉਹਨਾਂ ਨੂੰ ਕਿਹਾ ਜਾਂਦਾ ਹੈ
क्योंकि 45 ਸੈਕਿੰਡ ਦੀ ਹੇਕ ਜਿਹੜੀ ਹੈ ਕੋਈ ਆਮ ਜੀ ਗੱਲ ਨਹੀਂ ਹੋ ਸਕਦੀ। 45 ਸੈਕਿੰਡ ਦੀ ਤੁਸੀਂ ਹੇਕ ਲਾਉਂਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਬੜਾ ਲੰਬਾ ਸਾਹ ਖਿੱਚਣਾ ਪਏਗਾ। ਤੁਹਾਡੇ ਅੰਦਰੂਨੀ ਜਿਹੜੀ ਸ਼ਕਤੀ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡੇ ਅੰਦਰ ਜਦੋਂ ਗਾਉਣ ਦੀ ਤਲਬ ਹੁੰਦੀ ਹੈ, ਗਾਉਣ ਦਾ ਇੱਕ ਚਾਅ ਉਜਾਗਰ ਹੁੰਦਾ ਤਾਂ ਤੁਹਾਡੇ ਕੋਲ ਸਾਰਾ ਕੁਝ ਹੋ ਜਾਂਦਾ ਹੈ। ਉਸ ਦੇ ਵਾਸਤੇ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ। ਪਰ ਗੁਰਮੀਤ ਬਾਵਾ ਜੀ ਨੂੰ ਉਹਨਾਂ ਨੂੰ ਇੱਕ ਸਪੋਰਟ ਮਿਲੀ ਸੀ, ਇੱਕ ਉਹਨਾਂ ਨੂੰ ਸਹਾਰਾ ਮਿਲਿਆ ਸੀ ਆਪਣੇ ਪਤੀ ਦਾ, ਔਰ ਉਹਨਾਂ ਦੇ ਪਤੀ ਨੇ ਹਮੇਸ਼ਾ ਹੀ ਉਹਨਾਂ ਨੂੰ ਅੱਗੇ ਵਧਣ ਦੇ ਵਾਸਤੇ ਹੌਸਲਾ ਅਫਜ਼ਾਈ ਜਿਹੜੀ ਉਹ ਦਿੰਦੇ ਰਹੇ। ਘਰ ਦੇ ਵਿੱਚ 2 ਧੀਆਂ ਨੇ ਜਨਮ ਲਿਆ, ਲਾਚੀ ਬਾਵਾ ਤੇ ਗਲੋਰੀ ਬਾਵਾ, ਦੋਨੇ ਹੀ ਮਿਊਜ਼ਿਕ ਦੇ ਨਾਲ ਸੰਬੰਧਿਤ ਰਹੀਆਂ। ਔਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਦੋਵਾਂ ਨੂੰ ਹੀ ਗੁਰਮੀਤ ਬਾਵਾ ਨੇ ਹਮੇਸ਼ਾ ਹੀ ਗਾਇਕੀ ਦੇ ਵੱਲ ਵਧਣ ਦੇ ਵਾਸਤੇ ਹਮੇਸ਼ਾ ਹੀ ਐਪਰੀਸ਼ੀਏਟ ਕੀਤਾ, ਹਮੇਸ਼ਾ ਹੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਦੀ ਪ੍ਰਸ਼ੰਸਾ ਕੀਤੀ ਤੇ ਉਹਨਾਂ ਦੋਨਾਂ ਨੇ ਵੀ ਗਾਇਕੀ ਦੇ ਖੇਤਰ ਦੇ ਵਿੱਚ ਨਾਮਣਾ ਜਿਹੜਾ ਹੈ ਖੱਟਿਆ ਹੈ। ਗੁਰਮੀਤ ਬਾਵਾ ਜੀ ਜਿਨ੍ਹਾਂ ਨੇ 1968 ਦੇ ਵਿੱਚ ਆਪਣਾ ਕਰੀਅਰ ਜਿਹੜਾ ਉਹ ਸਟਾਰਟ ਕੀਤਾ। ਸੋ ਦੱਸ ਦੇਣਾ ਚਾਹੁੰਦੀ ਹਾਂ, ਮੁੰਬਈ ਦੇ ਵਿੱਚ ਇੱਕ ਆਯੋਜਿਤ ਹੁੰਦਾ ਹੈ ਪ੍ਰੋਗਰਾਮ, ਸਮਾਗਮ ਹੁੰਦਾ ਹੈ ਜਿਸ ਦੇ ਵਿੱਚ ਗੁਰਮੀਤ ਬਾਵਾ ਜੀ ਜਾਂਦੇ ਨੇ, ਭਾਰਤ ਨੂੰ ਪ੍ਰਦਰਸ਼ਿਤ ਕਰਦੇ ਨੇ, ਭਾਰਤ ਦੇ ਲਈ ਉਹ ਗਾਉਂਦੇ ਨੇ। ਸੋ ਉਹਨਾਂ ਦੇ ਇੱਕ ਦਿਲ ਦੇ ਅੰਦਰ ਜੋ ਖੁਆਇਸ਼ ਸੀਗੀ ਕਿ ਮੈਂ ਭਾਰਤ ਦੇ ਵਾਸਤੇ ਗਾਉਣਾ ਹੈ, ਨਾਮ ਜਿਹੜਾ ਹੈ ਪੰਜਾਬੀਆਂ ਦਾ, ਇੰਡੀਆ ਦਾ ਜਿਹੜਾ ਹੈ ਰੌਸ਼ਨ ਕਰਨਾ ਹੈ। ਤਾਂ ਉਹ ਮੁੰਬਈ ਦੇ ਵਿੱਚ ਜਾ ਕੇ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਇੱਕ ਇੰਡੀਅਨ ਸਿੰਗਰ ਜਿਹੜਾ ਹੈ ਉਹਦੇ ਤੌਰ ਤੇ ਉੱਥੇ ਜਾ ਕੇ ਗਾਉਂਦੇ ਨੇ। ਤਾਂ ਵਾਕਈ ਪ੍ਰੇਮ ਚੋਪੜਾ, ਰਾਜ ਕਪੂਰ, ਪ੍ਰਾਣ ਜੀ ਉੱਥੇ ਬੈਠੇ ਹੁੰਦੇ ਨੇ। ਉਹ ਸਾਰੇ ਹੀ ਉਹਨਾਂ ਦੀ ਗਾਇਕੀ ਨੂੰ ਜਦੋਂ ਸੁਣਦੇ ਨੇ, ਖਾਸ ਕਰਕੇ ਉਹਨਾਂ ਦੀ ਲੰਬੀ ਹੇਕ ਦੇ ਕਰਕੇ ਉਹਨਾਂ ਨੂੰ ਲੰਬੀ ਹੇਕ ਦੀ ਮਲਿਕਾ ਵੀ ਕਿਹਾ ਜਾਂਦਾ ਸੀਗਾ। ਔਰ ਉਹਨਾਂ ਦੀਆਂ ਜਿਹੜੀਆਂ ਘੋੜੀਆਂ, ਮਿਰਜੇ ਜਾਂ ਫਿਰ ਬੋਲੀਆਂ ਜੋ ਪਾਉਂਦੇ ਸੀਗੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ। ਜਦੋਂ ਵੀ ਰਾਜ ਕਪੂਰ ਨੇ ਉਹਨਾਂ ਦੀ ਗਾਇਕੀ ਸੁਣੀ ਤਾਂ ਖੜੇ ਹੋ ਕੇ ਸਾਰਿਆਂ ਨੇ ਤਾੜੀਆਂ ਵਜਾਈਆਂ ਔਰ ਸਾਰਿਆਂ ਨੇ ਮਤਲਬ ਇੱਕ ਆਪਣੀ ਫਰਮਾਇਸ਼ ਰੱਖੀ ਕਿ ਉਹਨਾਂ ਨੂੰ ਗੀਤ ਸੁਣਾਉਣ, ਬੋਲੀਆਂ ਸੁਣਾਉਣ। ਤਾਂ ਉਹਨਾਂ ਨੇ ਇਹ ਬੋਲੀ ਜਿਹੜੀ ਹੈ ਸੁਣਾਈ ਔਰ ਉਹਦੇ ਵਿੱਚ ਦੱਸਿਆ ਉਹਨਾਂ ਨੇ ਕਿ ਮੈਂ ਜੱਟੀ ਦੇਸ਼ ਪੰਜਾਬ ਦੀ ਹਾਂ ਔਰ ਮੇਰੀ ਨਰਗਿਸ ਵਰਗੀ ਅੱਖ ਹੈ। ਸੋ ਇਹ ਬੋਲੀਆਂ ਜਿਹੜੀਆਂ ਬਹੁਤ ਜ਼ਿਆਦਾ ਪਸੰਦ ਆਈਆਂ। ਉੱਥੇ ਸਾਰੇ ਬੈਠੇ ਜਿਹੜੇ ਦਰਸ਼ਕ ਸੀ, ਜਿਹੜੇ ਵੀ ਉੱਥੇ ਗੈਸਟ ਬੈਠੇ ਸੀਗੇ, ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ। ਔਰ ਹਮੇਸ਼ਾ ਹੀ ਗੁਰਮੀਤ ਬਾਵਾ ਨੇ ਆਪਣੇ ਪੰਜਾਬ ਦੇ ਲਈ ਤੇ ਪੰਜਾਬੀਅਤ ਦੇ ਵਾਸਤੇ ਗਾਇਆ। ਜਦੋਂ ਵੀ ਉਹ ਟੀਵੀ ਤੇ ਗਾਉਂਦੇ ਸੀ ਤਾਂ ਉਹਨਾਂ ਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਮੈਂ ਆਪਣੀ ਪੰਜਾਬ ਤੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਚੁੱਕਣਾ ਹੈ। ਔਰ ਹਮੇਸ਼ਾ ਹੀ ਉਹਨਾਂ ਨੇ ਆਪਣੀ ਗਾਇਕੀ ਦੇ ਖੇਤਰ ਦੇ ਵਿੱਚ ਚੰਗੇ ਗੀਤ ਗਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਤੋਂ ਕੋਈ ਸੁਨੇਹਾ ਮਿਲ ਸਕੇ, ਜਿਨ੍ਹਾਂ ਤੋਂ ਕੋਈ ਵਾਕਈ ਉਹ ਕੁਛ ਨਾ ਕੁਛ ਲੋਕਾਂ ਨੂੰ ਸੇਧ ਦੇ ਸਕਣ। ਔਰ ਚੰਗੀ ਗਾਇਕੀ ਨੂੰ ਹਮੇਸ਼ਾ ਉਹਨਾਂ ਨੇ ਪ੍ਰਮੋਟ ਕੀਤਾ। ਗੁਰਮੀਤ ਬਾਵਾ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਗਾਇਆ। 1987 ਦੇ ਵਿੱਚ ਉਹਨਾਂ ਨੇ USSR ਅਤੇ 1988 ਦੇ ਵਿੱਚ ਉਹਨਾਂ ਨੇ ਜਾਪਾਨ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਉੱਥੇ ਜਾ ਕੇ ਗਾਇਆ ਔਰ ਭਾਰਤ ਦਾ ਨਾਮ ਰੌਸ਼ਨ ਕੀਤਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਥਾਈਲੈਂਡ ਤੇ ਬੈਂਕਾਕ ਦੇ ਵਿੱਚ ਵੀ ਜੋ ਸਮਾਗਮ ਆਯੋਜਿਤ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਨੇ ਗਾਇਆ ਅਤੇ ਭਾਰਤ ਦੇ ਪ੍ਰਤੀਨਿਧਤਾ ਕੀਤੀ ਹੈ। ਸੋ ਉਸ ਤੋਂ ਬਾਅਦ ਉਹਨਾਂ ਨੇ 25ਵੇਂ ਜਸ਼ਨ ਆਜ਼ਾਦੀ ਦੇ ਵਿੱਚ ਵੀ ਗਾਇਆ, ਜਿਸ ਦੇ ਵਿੱਚ ਉਹਨਾਂ ਨੂੰ ਵਾਕਈ ਲੋਕਾਂ ਨੇ ਪੰਜਾਬ ਤੇ ਪੰਜਾਬੀਅਤ ਨੂੰ ਜਿਹੜਾ ਬਹੁਤ ਮਾਣ ਦਿੱਤਾ, ਕਿਉਂਕਿ ਇੱਕ ਪਹਿਲੀ ਗਾਇਕਾ ਸੀ, ਅਜਿਹੀ ਗਾਇਕਾ ਜੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਸੀ, ਚੰਗੀ ਗਾਇਕੀ ਨੂੰ ਪ੍ਰਮੋਟ ਕਰਨਾ ਚਾਹੁੰਦੀ ਸੀ ਔਰ ਉਹ ਗੀਤ ਜੋ ਵਾਕਈ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਉਹਨਾਂ ਨੂੰ ਗਾਉਣਾ ਚਾਹੁੰਦੀ ਸੀ। ਸੋ ਉਹਨਾਂ ਨੇ ਹਮੇਸ਼ਾ ਹੀ ਆਪਣੀ ਗਾਇਕੀ ਦੇ ਵਿੱਚ ਚੰਗੇ ਗੀਤਾਂ ਦੇ ਨਾਲ ਆਪਣਾ ਜੋ ਨਾਮਣਾ ਹੈ ਉਹ ਖੱਟਿਆ ਹੈ ਔਰ ਲੋਕਾਂ ਨੂੰ ਉਹਨਾਂ ਦੀ ਗਾਇਕੀ ਵਾਕਈ ਪਸੰਦ ਆਈ ਹੈ। ਜਦੋਂ ਵੀ ਉਹ ਗਾਉਂਦੇ ਸੀ ਤਾਂ ਖੜੇ ਹੋ ਕੇ ਤਾੜੀਆਂ ਨਾ ਵੱਜਣ, ਇਹ ਤਾਂ ਕਦੇ ਵੀ ਨਹੀਂ ਸੀ ਹੋਇਆ। ਸੋ ਹਮੇਸ਼ਾ ਹੀ ਉਹਨਾਂ ਨੇ ਵਧੀਆ ਗੀਤ ਗਾਏ ਜੋ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾ ਸਕਦੇ ਨੇ। ਗੁਰਮੀਤ ਬਾਵਾ ਜੀ ਜਿਨ੍ਹਾਂ ਨੂੰ ਰਾਜ ਪੁਰਸਕਾਰ ਦੇ ਨਾਲ ਨਵਾਜਿਆ ਗਿਆ, ਸੰਗੀਤ ਪੁਰਸਕਾਰ ਉਹਨਾਂ ਨੂੰ ਮਿਲਿਆ, ਸ਼੍ਰੋਮਣੀ ਗਾਇਕਾ ਪੁਰਸਕਾਰ ਦੇ ਨਾਲ ਵੀ ਨਵਾਜਿਆ ਗਿਆ ਔਰ ਰਾਸ਼ਟਰੀ ਪੁਰਸਕਾਰ ਵੀ ਉਹ ਪ੍ਰਾਪਤ ਕਰਤਾ ਰਹੇ ਨੇ ਔਰ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਰਾਸ਼ਟਰੀ ਪੁਰਸਕਾਰ ਵੀ ਉਹ ਪ੍ਰਾਪਤ ਕਰ ਚੁੱਕੇ। ਸੋ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਪੁਰਸਕਾਰ ਜਿਹੜੇ ਨੇ ਉਹਨਾਂ ਨੂੰ ਉਹ ਤਾਂ ਮਿਲੇ ਹੀ ਨੇ ਔਰ ਉਹਨਾਂ ਨੂੰ ਆਪਣੀ ਆਡੀਅנס ਦੇ ਵੱਲੋਂ, ਜੋ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਲੰਬੀ ਹੇਕ ਦੀ ਮਲਿਕਾ ਦਾ ਪੁਰਸਕਾਰ ਜਿਹੜਾ ਉਹ ਦਿੱਤਾ ਗਿਆ। ਉਹ ਸਿਰਫ ਪੁਰਸਕਾਰ ਜਿਹੜਾ ਹੈ ਉਹਨਾਂ ਵੱਲੋਂ ਹੀ ਮਿਲਦਾ ਹੈ, ਉਦੋਂ ਹੀ ਮਿਲਦਾ ਹੈ ਜਦੋਂ ਤੁਸੀਂ ਚੰਗੀ ਗਾਇਕੀ ਨੂੰ ਪ੍ਰਮੋਟ ਕਰਦੇ ਹੋ, ਚੰਗੀ ਗਾਇਕੀ ਨੂੰ ਵਧਾਵਾ ਦਿੰਦੇ ਹੋ। ਸੋ ਗੁਰਮੀਤ ਬਾਵਾ ਜੀ ਨੇ ਆਪਣਾ ਨਾਮਣਾ ਜਿਹੜਾ ਹੈ ਉਹ ਚੰਗੇ ਗੀਤਾਂ ਦੇ ਨਾਲ ਹੀ ਖੱਟਿਆ ਔਰ ਆਪਣੀ ਲੰਬੀ ਹੇਕ ਦੇ ਕਰਕੇ ਜਾਣੇ ਜਾਂਦੇ ਨੇ। ਪਰ ਉਹ ਸਮਾਂ ਆਇਆ ਜਦੋਂ ਫਰਵਰੀ 2020 ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋ ਉਹ ਭਾਵੇਂ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੀ ਗਾਇਕੀ, ਉਹਨਾਂ ਦੇ ਗੀਤ, ਉਹਨਾਂ ਦਾ ਮਿਰਜ਼ਾ ਔਰ ਉਹਨਾਂ ਦੀਆਂ ਬੋਲੀਆਂ ਔਰ ਉਹਨਾਂ ਦੀ ਹਰ ਇੱਕ ਤਰ੍ਹਾਂ ਦੀਆਂ ਜੋ ਵੀ ਲੋਕ ਗਾਥਾਵਾਂ ਉਹਨਾਂ ਨੇ ਗਾਈਆਂ
ਨੇ ਹਮੇਸ਼ਾ ਹੀ ਜਿਉਂਦੀਆਂ ਰਹਿਣਗੀਆਂ। ਅੱਜ ਵੀ ਉਹ ਤਰੋ-ਤਾਜ਼ਾ ਇਸੇ ਤਰ੍ਹਾਂ ਅਸੀਂ ਸੁਣਦੇ ਰਵਾਂਗੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ। ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।